ਗੀਤ ਦੇ ਵਿੱਚ ਵੀ ਜ਼ਿਕਰ ਆ ਗਿਆ ਮੂਸੇਵਾਲਾ ਦੇ ਗੀਤ ਦੇ ਵਿੱਚ ਕਿ ਬਲਵਿੰਦਰ ਸਿੰਘ ਜਟਾਣਾ ਦਾ, ਔਰ ਉਹ ਸਾਰੀ ਘਟਨਾਕ੍ਰਮ ਕੀ ਵਾਪਰਿਆ ਸੀ ਜਿਸ ਦੀ ਚਰਚਾ ਸੋਸ਼ਲ ਮੀਡੀਆ ਦੇ ਉੱਤੇ 26 ਸੈਕਟਰ ਦੇ ਦਫ਼ਤਰ ਦੀ ਚੱਲ ਰਹੀ ਹੈ, SYL ਦੇ ਮੁੱਖ ਦਫ਼ਤਰ ਦੀ। ਜੇ ਨਹਿਰ ਰੁਕੀ ਹੈ ਨਾ, ਜੇ ਕਿਸੇ ਨੇ ਰੋਕੀ ਹੈ ਉਹ ਬਲਵਿੰਦਰ ਜਟਾਣਾ ਨੇ ਰੋਕੀ ਹੈ। ਇਸ ਕਰਕੇ ਮੂਸੇਵਾਲਾ ਦੇ ਗੀਤ ਦੇ ਵਿੱਚ ਜੋ SYL ਦੀ ਗੱਲ ਹੁੰਦੀ ਹੈ ਉਹ ਜਟਾਣਾ ਦਾ ਨਾਂ ਆਏਗਾ ਹੀ ਆਏਗਾ। ਲੇਕਿਨ ਇਹਦੀ ਸ਼ੁਰੂਆਤ ਬਾਦਲ ਸਾਹਿਬ ਨੇ ਕੀਤੀ। ਚੌਧਰੀ ਦੇਵੀ ਲਾਲ ਨੇ ਨਾਲ ਹੀ ਅਸੈਂਬਲੀ ਦੇ ਵਿੱਚ ਬਿਆਨ ਦਿੱਤਾ ਕਿ ਮੇਰਾ ਤੇ ਬਾਦਲ ਸਾਹਿਬ ਦਾ ਸਮਝੌਤਾ ਹੋ ਗਿਆ। ਜੇ ਨਹਿਰ ਰੁਕੀ ਹੈ ਤੇ ਇਹ ਨਾ ਤਾਂ ਕਾਂਗਰਸ ਨੇ ਰੋਕੀ ਹੈ, ਨਾ ਕੈਪਟਨ ਅਮਰਿੰਦਰ ਸਿੰਘ ਨੇ ਰੋਕੀ ਹੈ, ਤੇ ਇਹ ਰੋਕਣ ਵਾਲਾ ਤਾਂ ਬੱਬਰ ਖਾਲਸਾ ਹੈ। ਇਹ ਨਹਿਰ ਬਣਾਈ ਹੀ ਅਕਾਲੀ ਦਲ ਨੇ। ਇੰਦਰਾ ਗਾਂਧੀ ਨੇ ਨੀਂਹ ਪੱਥਰ ਰੱਖਿਆ, ਬਾਦਲ ਸਾਹਿਬ ਨੇ ਕੰਮ ਸ਼ੁਰੂ ਕਰਾਇਆ। ਸਮੇਤ ਸਿੰਘ ਸੈਣੀ ਤੇ ਚੰਡੀਗੜ੍ਹ ਦੇ ਵਿੱਚ ਅਟੈਕ ਹੋਇਆ ਸੀ ਸੈਕਟਰ 17 ਦੇ ਵਿੱਚ। ਸੈਣੀ ਨੂੰ ਲੱਗਿਆ ਕਿ ਇਹ ਅਟੈਕ ਬਲਵਿੰਦਰ ਜਟਾਣਾ ਨੇ ਕਰਾਇਆ, ਤੇ ਜਿਹੜਾ ਨਿਹੰਗ ਪੂਲਾ ਸੀਗਾ ਇਹ ਸਮੇਤ ਸਿੰਘ ਸੈਣੀ ਦਾ ਬੰਦਾ ਸੀਗਾ। ਇਹ ਪੂਲਾ ਗਿਆ ਉਹਨਾਂ ਦੇ ਘਰ ਪਿੰਡ ਆਪਦੇ ਬੰਦੇ ਲੈ ਕੇ, ਤੇ ਸਾਰਾ ਟੱਬਰ ਦੇ 4 ਕੇ 5 ਹੀ ਸੀ ਘਰ ਦੇ ਵਿੱਚ, ਬਜ਼ੁਰਗ ਵੀ ਸੀ, ਬੱਚੇ ਵੀ ਸੀ, ਉਹ ਫੂਕਤੇ। ਸੋ ਜਟਾਣਾ ਇਹ ਹੈ, ਇਹਦਾ ਸਾਰਾ ਟੱਬਰ ਸੈਣੀ ਨੇ ਮਰਵਾਤਾ ਸੀ। ਔਰ ਸੈਣੀ ਉਹ ਬੰਦਾ ਹੈ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ DGP ਲਾਇਆ ਸੀ। ਦੂਸਰਾ ਇੱਥੇ ਮਜਾਤ ਪਿੰਡ ਹੈ ਨੇੜੇ ਹੀ, ਉੱਥੇ ਜਿਹੜੇ ਵਰਕਰ ਸੀਗੇ ਸਾਰੇ ਮਾਈਗ੍ਰੈਂਟ ਵਰਕਰ ਸੀ ਬੇਸਿਕਲੀ, ਉਹ ਰਾਤ ਨੂੰ ਮਾਰਦੇ ਸੀ। 20-25 ਬੰਦੇ ਮਾਰੇ ਸੀ ਰਾਤ, ਉਹ ਬੱਬਰ ਖਾਲਸਾ ਨੇ ਹੀ ਮਾਰੇ ਸੀ। ਜਦੋਂ ਇਹ ਐਕਸ਼ਨ ਹੋ ਗਿਆ ਚੀਫ ਇੰਜੀਨੀਅਰ ਤੇ ਸਬਆਰਡੀਨੇਟ ਇੰਜੀਨੀਅਰ ਸੈਕਟਰ 26 ਦੇ ਵਿੱਚ, ਉਸ ਤੋਂ ਬਾਅਦ ਤਾਂ ਨਹਿਰ ਕਦੇ ਅੱਗੇ ਬੜੀ ਨਹੀਂ, ਇੱਕ ਇੱਟ ਵੀ ਨਹੀਂ ਲੱਗੀ ਉਸ ਤੋਂ ਬਾਅਦ। ਪੰਜਾਬ ਸ਼ੁਰੂ ਤੋਂ ਹੀ ਕਹਾਣੀਆਂ ਨਾਲ ਭਰਿਆ ਹੋਇਆ, ਔਰ ਕਹਾਣੀਆਂ ਵੀ ਦਲੇਰ ਭਰੀਆਂ। ਸੰਘਰਸ਼ ਵੀ ਸ਼ੁਰੂ ਤੋਂ ਮੁੱਢ ਤੋਂ ਨਾਲ ਰਹਿੰਦਾ ਹੈ। ਹਰੇਕ ਹੀਲਾ ਵਸੀਲਾ ਕਰਦਿਆਂ ਪੰਜਾਬ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚਿਆ, ਇਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਖਾਸ ਕਰਕੇ ਹੁਣ ਚਰਚਾ ਹੋ ਰਹੀ ਹੈ SYL ਦੀ ਔਰ ਬਲਵਿੰਦਰ ਜਟਾਣਾ ਦੀ, ਕਿਉਂਕਿ ਸਿੱਧੂ ਮੂਸੇਵਾਲਾ ਦਾ ਗੀਤ ਹੈ ਜਿਹੜਾ ਉਹ ਅੱਜ ਸ਼ਾਮ ਨੂੰ 6 ਵਜੇ ਰਿਲੀਜ਼ ਹੋਣਾ ਹੈ। ਪਰ ਉਸ ਤੋਂ ਪਹਿਲਾਂ ਅਸੀਂ ਚਰਚਾ ਇਸ ਕਰਕੇ ਕਰਾਂਗੇ, ਹਾਲਾਂਕਿ ਇਸ ਦੇ ਉੱਤੇ ਵੀ ਨਿਖੇਧੀ ਕੀਤੀ ਜਾ ਰਹੀ ਹੈ ਕਿ ਗਾਣਾ ਪਹਿਲਾਂ ਲੀਕ ਕਿਉਂ ਕਰ ਦਿੱਤਾ ਗਿਆ, ਪਰ ਇਸ ਗਾਣੇ ਦੇ ਜ਼ਰੀਏ ਚਰਚਾ ਜਿਹੜੀ ਛਿੜੀ ਹੈ ਉਸ ਦੇ ਉੱਤੇ ਗੱਲ ਕਰਨੀ ਕਿਉਂ ਜ਼ਰੂਰੀ ਹੈ, ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਤੇ ਗੱਲ ਕਰਨ ਲਈ ਸਾਡੇ ਕੋਲ ਅੱਜ ਮਹਿਮਾਨ ਵਜੋਂ ਹਾਜ਼ਰ ਹੋਣਗੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ, ਜਿਨ੍ਹਾਂ ਦੀ ਇੱਕ ਕਿਤਾਬ ਉਸੇ ਹੀ ਮਸਲਿਆਂ ਨੂੰ ਮੁਖਾਤਬ ਹੁੰਦੀ ਹੋਈ ਜਿਹੜੀ ਉਹਨਾਂ ਨੇ ਰਿਲੀਜ਼ ਕੀਤੀ ਸੀ, ਰਿਵਰਜ਼ ਔਨ ਫਾਇਰ ਖਾਲਿਸਤਾਨ ਸਟਰਗਲ, ਉਸ ਦੇ ਉੱਤੇ ਵੀ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ। ਸਭ ਤੋਂ ਪਹਿਲਾਂ ਸਵਾਗਤ ਹੈ ਸਰ। ਥੈਂਕ ਯੂ ਜੀ। SYL ਦੇ ਇਸ ਗੀਤ ਦੇ ਜ਼ਰੀਏ ਜੇ ਅਸੀਂ ਗੱਲ ਕਰਨੀ ਚਾਹੀਏ, ਸਿੱਧੂ ਮੂਸੇਵਾਲਾ ਦਾ ਗੀਤ ਅਜੇ ਆਉਣਾ ਹੈ, ਰਿਲੀਜ਼ ਹੋਣਾ ਹੈ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਚਰਚਾ ਛਿੜੀ ਹੈ, ਤੁਸੀਂ ਉਸ ਨੂੰ ਪਹਿਲੀ ਨਜ਼ਰੇ ਕਿਵੇਂ ਦੇਖਦੇ ਹੋ? SYL ਨਹਿਰ ਦਾ ਜਿਹੜਾ ਨੈਰੇਟਿਵ ਹੈ ਇਹ 1978 ਤੋਂ ਲੈ ਕੇ ਹੁਣ ਤੱਕ ਜਿਹੜੀ ਸਾਡੀ ਸਿਆਸਤ ਹੈ ਉਹਨੂੰ ਪ੍ਰਭਾਵਿਤ ਕਰਦਾ ਆ ਰਿਹਾ। ਧਰਮ ਯੁੱਧ ਮੋਰਚਾ ਜਿਹੜਾ 1982 ਚ ਲੱਗਿਆ ਸੀਗਾ, ਉਹਦੇ ਵਿੱਚ ਇੱਕ ਇਸ਼ੂ ਇਸ ਨਹਿਰ ਦਾ ਵੀ ਸੀ। ਇਹ ਦਰਿਆਈ ਪਾਣੀਆਂ ਦੀ ਵੰਡ ਦੀ ਗੱਲ ਕਰ ਲਈ ਆਪਾਂ, ਤਾਂ ਦਰਿਆਈ ਪਾਣੀਆਂ ਦੀ ਵੰਡ ਦੀ ਗੱਲ ਸੀਗੀ, ਤੇ ਉਸ ਵੰਡ ਦਾ ਇੱਕ ਹਿੱਸਾ ਇਹ ਨਹਿਰ ਹੈ। ਇਹ ਉਹ ਨਹਿਰ ਹੈ ਜਿਹਨੇ ਪੰਜਾਬ ਦੇ ਦਰਿਆਵਾਂ 'ਚੋਂ ਰਾਵੀ ਤੇ ਬਿਆਸ, ਇਹਦੇ ਵਿੱਚੋਂ ਹਰਿਆਣੇ ਨੂੰ ਪਾਣੀ ਦੇਣਾ ਸੀ। 1976 ਦੇ ਵਿੱਚ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਇੱਕ ਅਵਾਰਡ ਦਿੱਤਾ ਸੀ ਕਿ ਰਾਵੀ ਤੇ ਬਿਆਸ ਦੇ ਪਾਣੀਆਂ ਦਾ 3.5 MAF ਈਚ ਦੋਵਾਂ ਸੂਬਿਆਂ ਨੂੰ ਐਲੋਕੇਟ ਕੀਤਾ ਸੀਗਾ। ਉਹਦਾ ਕਾਰਨ ਇਹ ਸੀ ਐਲੋਕੇਟ ਕਰਨ ਦਾ, ਕਿਉਂਕਿ ਜਦੋਂ ਪੰਜਾਬ ਦੀ ਤਕਸੀਮ ਹੋਈ 1966 ਦੇ ਵਿੱਚ ਹਰਿਆਣਾ ਬਣਿਆ ਤੇ ਪਾਣੀਆਂ ਦਾ ਮਸਲਾ ਵੀ ਵਿੱਚ ਰੱਖਿਆ ਗਿਆ, ਤਾਂ ਦੋਵਾਂ ਸਟੇਟਸ ਨੂੰ ਕਿਹਾ ਗਿਆ ਕਿ ਆਹ ਜਿਹੜਾ ਪਾਣੀ ਹੈ ਇਹਦੇ ਬਾਰੇ ਤੁਸੀਂ ਫੈਸਲਾ 2 ਸਾਲ ਦੇ ਵਿੱਚ ਆਪਣੇ ਆਪ ਹੀ ਕਰ ਲਓ। ਜੇ ਆਪਣੇ ਆਪ ਨਹੀਂ ਕਰੋਗੇ ਤਾਂ ਪ੍ਰਾਈਮ ਮਿਨਿਸਟਰ ਇਹਦੇ 'ਚ ਇੰਟਰਵੀਨ ਕਰ ਸਕਦਾ ਹੈ। ਦੋਵਾਂ ਸਟੇਟਸ ਨੇ ਇਹ 'ਤੇ ਕੋਈ ਐਗਰੀਮੈਂਟ ਨਾ ਹੋਇਆ, ਤੇ 1976 ਦੇ ਵਿੱਚ ਜਦੋਂ ਐਮਰਜੈਂਸੀ ਸੀ, ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਆਪਣਾ ਅਵਾਰਡ ਯੂਨੀਲੇਟਰਲੀ ਅਨਾਊਂਸ ਕਰਤਾ। ਤੇ ਪੰਜਾਬ ਦੇ ਵਿੱਚ ਉਸ ਵੇਲੇ ਸਰਕਾਰ ਸੀ ਗਿਆਨੀ ਜੈਲ ਸਿੰਘ ਦੀ। ਗਿਆਨੀ ਜੈਲ ਸਿੰਘ ਦੀ ਸਰਕਾਰ ਨੇ ਉਸੇ ਵੇਲੇ ਹੀ ਇਹਦੇ ਖਿਲਾਫ ਪ੍ਰੋਟੈਸਟ ਕੀਤਾ ਸੀ। ਰਿਕਾਰਡ ਦਾ ਪਾਰਟ ਹੈ ਮੇਰੀ ਕਿਤਾਬ ਦੇ ਵਿੱਚ, ਉਹ ਸਾਰੇ ਰੈਫਰੈਂਸਿਸ
ਨੰਬਰ ਵਗੈਰਾ ਸਾਰੇ ਦਿੱਤੇ ਹੋਏ ਆ। ਤੇ ਉਸ ਤੋਂ ਬਾਅਦ 77 ਦੇ ਵਿੱਚ ਇਲੈਕਸ਼ਨ ਹੁੰਦੀ ਹੈ, ਕੇਂਦਰ ਦੇ ਵਿੱਚ ਸਰਕਾਰ ਬਦਲ ਜਾਂਦੀ ਹੈ, ਪੰਜਾਬ ਵਿੱਚ ਸਰਕਾਰ ਬਦਲ ਜਾਂਦੀ ਹੈ। ਪੰਜਾਬ ਦੇ ਵਿੱਚ ਬਾਦਲ ਸਾਹਿਬ ਮੁੱਖ ਮੰਤਰੀ ਬਣ ਜਾਂਦੇ ਆ, ਹਰਿਆਣੇ ਦੇਵੀ ਲਾਲ ਜੀ ਬਣ ਜਾਂਦੀ ਹੈ। ਮੈਂ ਤੁਹਾਨੂੰ ਬਰੀਫਲੀ ਇਹਦੀ ਬੈਕਗਰਾਉਂਡ ਦੱਸਦਾ। ਇਹ ਦੋਵੇਂ ਦੋਸਤ ਹੈਗੇ, ਦੋਵੇਂ ਸੀ। ਸੋ ਇਹਨਾਂ ਨੇ ਇੱਕ ਅੰਦਰ ਖਾਤੇ ਸਮਝੌਤਾ ਕਰ ਲਿਆ ਨਹਿਰ ਬਣਾਉਣ ਦਾ। ਮੈਂ ਕਿਸੇ ਅਫਵਾਹ ਦੇ ਬੇਸ ਤੇ ਗੱਲ ਨਹੀਂ ਕਰ ਰਿਹਾ ਜੀ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ 1978 ਦੇ ਵਿੱਚ ਇਸ ਨਹਿਰ ਵਾਸਤੇ ਲੈਂਡ ਅਕਵਾਇਰ ਕਰਨ ਦਾ ਨੋਟਿਸ ਇਸ਼ੂ ਕਰਤਾ। ਨੋਟਿਸ ਵੀ ਜਿਹੜੀ ਐਮਰਜੈਂਸੀ ਕਲਾਜ਼ ਹੁੰਦੀ ਹੈ ਨਾ, ਉਹਦੇ ਅੰਡਰ ਕੀਤਾ ਸੀ ਜੀ। ਇਹ ਰਿਕਾਰਡ ਦਾ ਪਾਰਟ ਹੈ। ਦੋਵੇਂ ਨੋਟੀਫਿਕੇਸ਼ਨ ਸਰਕਾਰ ਦੇ ਰਿਕਾਰਡ ਦੇ ਵਿੱਚ ਹੈ। ਇੱਥੋਂ ਨਹਿਰ ਬਣਨੀ ਸ਼ੁਰੂ ਹੁੰਦੀ ਹੈ। ਮੈਂ ਕਹਿੰਦਾ ਹੁੰਦਾ ਕਿ ਇਸ ਨਹਿਰ ਦੀ ਸ਼ੁਰੂਆਤ ਬਾਦਲ ਸਾਹਿਬ ਨੇ ਕੀਤੀ। ਇੰਦਰਾ ਗਾਂਧੀ ਨੇ ਇਹਦਾ ਨੀਂਹ ਪੱਥਰ ਰੱਖਿਆ 8 ਅਪ੍ਰੈਲ 1982 ਨੂੰ ਕਪੂਰੀ ਪਿੰਡ ਦੇ ਵਿੱਚ, ਲੇਕਿਨ ਇਹਦੀ ਸ਼ੁਰੂਆਤ ਬਾਦਲ ਸਾਹਿਬ ਨੇ ਕੀਤੀ ਹੈ। ਜੇ ਨੀਂਹ ਪੱਥਰ SYL ਦਾ ਇੰਦਰਾ ਗਾਂਧੀ ਰੱਖ ਰਹੇ ਆ ਉਸ ਵੇਲੇ ਦੇ ਪ੍ਰਧਾਨ ਮੰਤਰੀ ਦੇਸ਼ ਦੇ, ਤਾਂ ਫਿਰ ਬਾਦਲਾਂ ਦਾ ਰੋਲ ਕਿਵੇਂ ਹੋ ਗਿਆ ਇਸ ਨਹਿਰ ਨੂੰ ਸ਼ੁਰੂ ਕਰਨ ਦਾ? ਜਿਹੜੀ ਜ਼ਮੀਨ ਅਕਵਾਇਰ ਕੀਤੀ ਪਹਿਲੀ, ਉਹ ਤਾਂ ਬਾਦਲ ਸਾਹਿਬ ਨੇ ਸਰਕਾਰ ਨੇ ਕੀਤੀ। ਅਕਵਾਇਰ ਕਰਨਾ ਜ਼ਮੀਨ ਕਿਸੇ ਪ੍ਰੋਜੈਕਟ ਵਾਸਤੇ, ਉਹ ਪ੍ਰੋਜੈਕਟ ਸ਼ੁਰੂ ਕਰਨਾ ਹੁੰਦਾ ਹੈ ਜੀ। ਤਾਂ ਮੈਂ ਕਿਹਾ ਕਿ ਇਹ ਨਹਿਰ ਦੀ ਸ਼ੁਰੂਆਤ ਬਾਦਲ ਸਾਹਿਬ ਨੇ ਕੀਤੀ ਜੀ। ਤੇ ਇਹਦੇ ਬਾਰੇ ਮੈਂ ਇੱਕ ਵਾਰੀ ਇਹਨਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਸਵਾਲ ਵੀ ਪੁੱਛਿਆ ਸੀਗਾ। ਮੈਂ ਕਿਹਾ ਜੀ ਤੁਸੀਂ ਹਮੇਸ਼ਾ ਬਲੇਮ ਕਰਦੇ ਆ ਕਾਂਗਰਸ ਨੂੰ, ਇਹ ਨੋਟੀਫਿਕੇਸ਼ਨ ਤਾਂ ਤੁਹਾਡੀ ਸਰਕਾਰ ਵੇਲੇ ਇਸ਼ੂ ਹੋਇਆ। ਇਹ ਕਹਿੰਦੇ ਜੀ ਬਿਊਰੋਕ੍ਰੇਸੀ ਨੇ ਕਰਤਾ ਹੋਣਾ ਜੀ, ਕਿ ਇੰਨਾ ਇੰਪੋਰਟੈਂਟ ਪ੍ਰੋਜੈਕਟ ਹੋਵੇ ਤੇ ਉਹਦੇ 'ਚ ਬਿਊਰੋਕ੍ਰੇਸੀ ਬਿਨਾਂ ਪੁੱਛੇ CM ਤੋਂ ਕੋਈ ਨੋਟੀਫਿਕੇਸ਼ਨ ਇਸ਼ੂ ਕਰ ਦੇਗੀ। ਇੰਟਰਸਟੇਟ ਦੇ ਮਸਲੇ 'ਚ ਤਾਂ ਬਿਲਕੁਲ ਇਸ ਤਰ੍ਹਾਂ ਨਹੀਂ ਹੋ ਸਕਦਾ। ਨਹੀਂ ਹੋ ਸਕਦਾ। ਰਿਕਾਰਡ ਤੇ ਸਾਰਾ ਕੁਛ ਹੈ। ਇਸ ਤੋਂ ਬਾਅਦ ਹਰਿਆਣਾ ਅਸੈਂਬਲੀ ਦੇ ਰਿਕਾਰਡ ਦੇ ਵਿੱਚ ਹੈ। ਚੌਧਰੀ ਦੇਵੀ ਲਾਲ ਨੇ ਨਾਲ ਹੀ ਅਸੈਂਬਲੀ ਦੇ ਵਿੱਚ ਬਿਆਨ ਦਿੱਤਾ ਕਿ ਮੇਰਾ ਤੇ ਬਾਦਲ ਸਾਹਿਬ ਦਾ ਸਮਝੌਤਾ ਹੋ ਗਿਆ, ਤੇ ਉਹਨਾਂ ਨੇ ਆਹ ਨੋਟੀਫਿਕੇਸ਼ਨ ਵੀ ਇਸ਼ੂ ਕਰਤਾ। ਔਰ ਵਿਧਾਨ ਸਭਾ ਵਿੱਚ ਚੌਧਰੀ ਦੇਵੀ ਲਾਲ ਦੇ ਉਸ ਬਿਆਨ ਦਾ ਬਾਦਲਾਂ ਦੇ ਵੱਲੋਂ ਕੋਈ ਨਿਖੇਧੀ ਜਾਂ ਹਮਾਇਤ ਕੋਈ ਕਿਸ ਤਰ੍ਹਾਂ ਦਾ ਆਇਆ ਸੀ ਉਸ ਵੇਲੇ ਬਿਆਨ? ਨਹੀਂ, ਉਸ ਵੇਲੇ ਨਹੀਂ ਸੀ ਆਇਆ। ਮੈਂ ਪ੍ਰੋਫੈਸ਼ਨ ਦੇ ਵਿੱਚ ਉਸ ਤੋਂ ਬਾਅਦ ਆਉਣਾ ਜੀ। ਆਇਆ 78 ਦੇ ਵਿੱਚ ਐਵੇਂ ਵੀ, ਲੇਕਿਨ ਮੈਂ ਆਇਆ ਇਸ ਤੋਂ ਬਾਅਦ ਹੈ। ਲੇਕਿਨ ਮੈਂ ਰਿਕਾਰਡ ਉਹ ਸਾਰਾ ਕਢਾਇਆ। ਹਰਿਆਣਾ ਅਸੈਂਬਲੀ ਦਾ ਰਿਕਾਰਡ ਵੀ ਮੇਰੇ ਕੋਲ ਪਿਆ ਜੀ, ਪੰਜਾਬ ਦਾ ਵੀ ਪਿਆ। ਸੋ ਤਾਂ ਮੈਂ ਕਿਹਾ ਵੀ ਗੱਲ ਅਫਵਾਹ ਦੇ ਬੇਸ ਤੇ ਨਹੀਂ ਕਰਨੀ ਚਾਹੀਦੀ। ਜੋ ਰਿਕਾਰਡ ਹੈ ਸਾਡੇ ਕੋਲ, ਅਸੀਂ ਉਹਦੀ ਬੇਸ ਤੇ ਹੀ ਗੱਲ ਕਰਾਂਗੇ ਜੀ। ਸੋ ਰਿਕਾਰਡ ਇਹ ਕਹਿੰਦਾ ਕਿ ਬਾਦਲ ਸਾਹਿਬ ਨੇ ਪ੍ਰੋਜੈਕਟ ਸ਼ੁਰੂ ਕਰਵਾਇਆ, ਤੇ ਇਹ ਉਸ ਵੇਲੇ ਜਿਹੜਾ ਕੰਮ ਅੜਿਆ ਉਹ SGPC ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ, ਉਹਨਾਂ ਨੇ ਕਿਹਾ, ਜਦੋਂ ਉਹਨਾਂ ਨੂੰ ਪਤਾ ਲੱਗਿਆ, ਦੇਵੀ ਲਾਲ ਨੇ ਹੀ ਉਹਨਾਂ ਨਾਲ ਗੱਲ ਕੀਤੀ, ਜਿਹੜੇ ਟੌੜਾ ਸਾਹਿਬ ਨੇ ਮੈਨੂੰ ਵੀ ਸੁਣਾਈ ਗੱਲ। ਉਹ ਕਹਿੰਦੇ ਵੀ ਚੌਧਰੀ ਇਹ ਨਹਿਰ ਤੋਂ ਨਹੀਂ ਬਣੇਗੀ। ਫਿਰ ਸਰ ਟੌੜਾ ਸਾਹਿਬ ਨੇ ਬਾਦਲ ਨੂੰ ਕਿਹਾ ਕਿ ਬਾਦਲ ਸਾਹਿਬ ਇਹ ਕੰਮ ਨਹੀਂ ਹੋਣਾ, ਨਹੀਂ ਤਾਂ ਇਹਨਾਂ ਨੇ ਪੰਜਾਬ ਤੇ ਹਰਿਆਣਾ ਨੇ ਇਕੱਠਿਆਂ ਨੇ ਫੰਕਸ਼ਨ ਕਰਨਾ ਸੀ। ਪੰਜਾਬ ਤੇ ਹਰਿਆਣਾ ਉਸ ਪੁਆਇੰਟ ਤੇ ਜਿੱਥੇ ਇਹ ਨਹਿਰ ਹਰਿਆਣੇ 'ਚ ਦਾਖਲ ਹੁੰਦੀ ਹੈ ਜੀ, ਉਹ ਫਿਰ ਵਿੱਚੇ ਰਹਿ ਗਿਆ। ਉਸ ਤੋਂ ਬਾਅਦ ਫਿਰ 1982 ਦੇ ਵਿੱਚ ਇੰਦਰਾ ਗਾਂਧੀ ਨੇ ਨੀਂਹ ਪੱਥਰ ਰੱਖਿਆ ਜਦੋਂ ਸਰਕਾਰ ਬਦਲ ਗਈ। ਉਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਟੌੜਾ ਸਾਹਿਬ ਨੇ ਰੁਕਵਾਤਾ ਪ੍ਰੋਜੈਕਟ, ਫਿਰ ਹਰਿਆਣਾ ਗਿਆ ਸੁਪਰੀਮ ਕੋਰਟ ਦੇ ਵਿੱਚ, ਜਿਹੜਾ 76 ਦਾ ਅਵਾਰਡ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਜੀ। ਤੇ ਉਹਦੇ ਕਰਕੇ ਫਿਰ ਪੰਜਾਬ ਨੂੰ ਵੀ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ। ਜਿਹੜਾ ਇਹ ਕਿਹਾ ਜਾਂਦਾ ਹੈ, ਅਕਾਲੀ ਵਾਰ-ਵਾਰ ਕਹਿੰਦੇ ਆ ਕਿ ਅਸੀਂ ਸੁਪਰੀਮ ਕੋਰਟ 'ਚ ਗਏ, ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਹਰਿਆਣਾ ਗਿਆ ਸੀ, ਉਹਦੇ ਕਰਕੇ ਪੰਜਾਬ ਨੂੰ ਜਾਣਾ ਪਿਆ, ਨਾ ਕਿ ਇਹ ਆਪਣਾ ਕੇਸ ਉੱਥੇ ਪਲੀਡ ਕਰਨ ਵਾਸਤੇ ਗਏ ਸੀ ਸਿੱਧਾ ਜੀ। ਇਹ ਫਰਕ ਹੈ। ਅੱਗੇ ਤਾਂ ਫਿਰ ਇਤਿਹਾਸ ਆ ਸਾਰਾ ਜੀ। ਬਹੁਤ ਸਾਰੇ ਲੋਕ ਆ ਜਿਹੜੇ ਇਸ ਦੇ ਉੱਤੇ ਚਰਚਾ ਕਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਕਿ ਭਾਵੇਂ ਇੰਦਰਾ ਗਾਂਧੀ ਨੇ ਉਸ ਦੀ ਸ਼ੁਰੂਆਤ ਕਰ ਦਿੱਤੀ, ਪਰ ਪਹਿਲਾਂ ਮੈਂ ਸੀ ਜਦੋਂ ਉਸ ਨੂੰ ਨਹਿਰ ਨੂੰ ਰੋਕਣ ਦੇ ਲਈ ਮਤੇ ਵੀ ਪਾਸ ਕੀਤੇ ਸੀ। ਨਹੀਂ, ਉਹ ਬਿਲਕੁਲ ਠੀਕ ਕਹਿੰਦੇ ਆ। ਜੇ ਪਹਿਲੀ ਵਾਰ ਮੈਂ ਥੋੜ੍ਹਾ ਇਹ ਵੀ, ਜੇ ਨਹਿਰ ਰੁਕੀ ਹੈ ਤੇ ਇਹ ਨਾ ਤਾਂ ਕਾਂਗਰਸ ਨੇ ਰੋਕੀ ਹੈ, ਨਾ ਕੈਪਟਨ ਅਮਰਿੰਦਰ ਸਿੰਘ ਨੇ ਰੋਕੀ ਹੈ, ਤੇ ਇਹ ਰੋਕਣ ਵਾਲਾ ਤਾਂ ਬੱਬਰ ਖਾਲਸਾ ਹੈ। ਬਲਵਿੰਦਰ ਸਿੰਘ ਜਟਾਣਾ ਏਰੀਆ ਕਮਾਂਡਰ ਬੱਬਰ ਖਾਲਸਾ ਦਾ, ਇਸ ਏਰੀਏ ਦਾ ਜੀ।
ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੇ ਅਫਸਰ ਸੀਨੀਅਰ ਦੋ ਇਸ ਮਾਮਲੇ ਦੇ ਵਿੱਚ ਆਪਣੀ ਜਾਨ ਗਵਾ ਗਏ ਜੀ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ, ਪਰ ਉਹ ਸਟੇਟ ਦਾ ਸਿੰਬਲ ਸੀ ਇਸ ਮਾਮਲੇ ਦੇ ਵਿੱਚ ਜੀ। ਤੇ ਇਹ ਜੋ ਸ਼ਕਲ ਚੱਲਦੀ ਹੋਵੇ। ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਪਿਛੋਕੜ ਕੀ ਹੈ। ਗੀਤ ਦੇ ਵਿੱਚ ਵੀ ਜ਼ਿਕਰ ਆ ਗਿਆ ਮੂਸੇਵਾਲਾ ਦੇ ਗੀਤ ਦੇ ਵਿੱਚ ਕਿ ਬਲਵਿੰਦਰ ਸਿੰਘ ਜਟਾਣਾ ਦਾ, ਔਰ ਉਹ ਸਾਰੀ ਘਟਨਾਕ੍ਰਮ ਕੀ ਵਾਪਰਿਆ ਸੀ ਜਿਸ ਦੀ ਚਰਚਾ ਸੋਸ਼ਲ ਮੀਡੀਆ ਦੇ ਉੱਤੇ 26 ਸੈਕਟਰ ਦੇ ਦਫ਼ਤਰ ਦੀ ਚੱਲ ਰਹੀ ਹੈ, SYL ਦੇ ਮੁੱਖ ਦਫ਼ਤਰ ਦੀ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਬੈਕਗਰਾਉਂਡ ਹੋਰ ਦੱਸ ਦਿਆਂ ਹੁਣ ਜੀ। 1982 ਦੇ ਵਿੱਚ ਜਦੋਂ ਧਰਮਯੁੱਧ ਮੋਰਚਾ ਲੱਗਿਆ, ਉਹਦੇ ਵਿੱਚ ਇਹ ਇਸ਼ੂ ਆ ਗਿਆ, ਬਲੂ ਸਟਾਰ ਹੋ ਗਿਆ। ਬਲੂ ਸਟਾਰ ਤੋਂ ਬਾਅਦ ਭਾਖੜਾ ਨਹਿਰ ਵੀ ਤੋੜੀ ਗਈ ਸੀਗੀ। ਤੇ ਚੱਲਦੇ ਜਦੋਂ 1985 ਦੇ ਵਿੱਚ ਅਕਾਲੀ ਦਲ ਦਾ ਸਮਝੌਤਾ ਰਾਜੀਵ ਗਾਂਧੀ ਨਾਲ ਹੋਇਆ, ਜਿਹਨੂੰ ਪੰਜਾਬ ਅਕਾਊਟ ਕਿਹਾ ਜਾਂਦਾ ਹੈ, ਉਹਦੇ ਵਿੱਚ ਸੀ ਕਿ ਚੰਡੀਗੜ੍ਹ 26 ਜਨਵਰੀ 1986 ਨੂੰ ਜੀ ਪੰਜਾਬ ਨੂੰ ਟ੍ਰਾਂਸਫਰ ਹੋਏਗਾ। ਤੇ ਨਾਲ ਦੂਸਰੀ ਕਲਾਸ ਇਹ ਸੀ ਕਿ ਅਕਾਲੀ ਸਰਕਾਰ ਇਸ ਨਹਿਰ ਨੂੰ 1 ਸਾਲ ਦੇ ਵਿੱਚ ਪੂਰਾ ਕਰੇਗੀ। ਇਸ ਨਹਿਰ 'ਤੇ ਕੰਮ ਸ਼ੁਰੂ ਹੋ ਗਿਆ। ਮੈਂ ਹਮੇਸ਼ਾ ਇਹ ਮੇਨਟੇਨ ਕਰਦਾ ਹੁੰਦਾ ਕਿ ਇਹ ਨਹਿਰ ਬਣਾਈ ਹੀ ਅਕਾਲੀ ਦਲ ਨੇ। ਇੰਦਰਾ ਗਾਂਧੀ ਨੇ ਨੀਂਹ ਪੱਥਰ ਰੱਖਿਆ, ਬਾਦਲ ਸਾਹਿਬ ਨੇ ਕੰਮ ਸ਼ੁਰੂ ਕਰਾਇਆ ਲੈਂਡ ਅਕਵਾਇਰ ਕਰਨ ਦਾ, ਤੇ ਇਹਦੀ ਡਿਗਿੰਗ ਇਸ ਲਈ ਸ਼ੁਰੂ ਹੋਈ ਬਰਨਾਲਾ ਸਰਕਾਰ ਦੇ ਵਿੱਚ, ਅਕਾਲੀ ਸਰਕਾਰ ਦੇ ਵਿੱਚ। ਇਹ ਚੱਲੀ ਗਿਆ ਕੰਮ। ਤੇ ਉਸ ਤੋਂ ਬਾਅਦ ਮਿਲੀਟੈਂਸੀ ਰਿਵਾਈਵ ਹੋ ਜਾਂਦੀ ਹੈ 85 ਦੇ ਵਿੱਚ। ਤੇ ਬੱਬਰ ਖਾਲਸਾ ਇੱਕ ਐਸੀ ਜਥੇਬੰਦੀ ਹੈ ਜਿਹਨੇ ਇੱਕ ਕੁਝ ਸਪੈਸੀਫਿਕ ਐਸੇ ਐਕਸ਼ਨ ਕੀਤੇ ਜਿਹੜੇ ਕਿਸਾਨੀ ਦੇ ਹੱਕ ਦੇ ਵਿੱਚ। ਇੱਕ ਕਿਲਿੰਗ ਸੀ DS ਤਿਆਗੀ, ਚੇਅਰਮੈਨ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ, ਉਹ ਦਿੱਲੀ ਸੀ। ਦੂਸਰਾ ਕਿਸਾਨੀ ਦੇ ਨਾਲ ਸੰਬੰਧਿਤ ਐਕਸ਼ਨ ਜਿਹੜਾ ਸੀਗਾ ਉਹ SYL ਦਾ ਸੀ, ਵੀ ਪਾਣੀ ਨਹੀਂ ਜਾਣ ਦੇਣਾ। ਪਾਣੀ ਉਸ ਵੇਲੇ ਬਹੁਤ ਸੈਂਸਿਟਿਵ ਇਸ਼ੂ ਬਣ ਚੁੱਕਿਆ ਸੀ। 1986 ਦੇ ਹੋਲੇ ਮਹੱਲੇ 'ਤੇ ਸਿੱਖ ਫੈਡਰੇਸ਼ਨ ਨੇ ਇਸ ਨਹਿਰ ਨੂੰ ਪੂਰਨ ਦਾ ਜਿੰਨੀ ਬਣ ਗਈ ਸੀਗੀ ਐਲਾਨ ਕੀਤਾ ਸੀ। ਔਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਉਹਨਾਂ ਦੇ ਫੰਕਸ਼ਨ 'ਤੇ ਗੋਲੀ ਚੱਲ ਗਈ ਸੀ ਬਰਨਾਲਾ ਸਰਕਾਰ ਵੇਲੇ। ਸੋ ਇਹਦਾ ਕਾਫੀ ਲੰਬਾ ਇਤਿਹਾਸ ਹੈ ਸਾਰੀ ਗੱਲ 'ਤੇ ਆ ਕੇ। ਅਲਟੀਮੇਟਲੀ ਬੱਬਰ ਖਾਲਸਾ ਨੇ ਫੈਸਲਾ ਕੀਤਾ ਵੀ ਅਸੀਂ ਇਹ ਨਹਿਰ ਨਹੀਂ ਬਣ ਦੇਣੀ। ਉਹਦੇ ਵਿੱਚ ਬਲਵਿੰਦਰ ਜਟਾਣਾ ਦੀ ਜ਼ਿੰਮੇਵਾਰੀ ਲੱਗੀ, ਉਹਨਾਂ ਨੇ ਐਕਸ਼ਨ ਕੈਰੀ ਆਊਟ ਕੀਤਾ ਸੀਗਾ। ਇਹਦੇ ਨਾਲ ਮੈਂ ਜਟਾਣਾ ਹੋਰਾਂ ਦੀ ਬੈਕਗਰਾਉਂਡ ਥੋੜ੍ਹੀ ਜਿਹੀ ਹੋਰ ਤੁਹਾਨੂੰ ਕਲੀਅਰ ਕਰ ਦਿੰਦਾ। ਇੱਕ ਲੈਟਰ ਇਸ਼ੂ ਹੋਈ ਸੀ ਸੁੱਖਾ ਜਿੰਦਾ ਦੇ ਨਾਂ 'ਤੇ, ਉਹਨਾਂ ਦੀ ਰਾਸ਼ਟਰਪਤੀ ਹਿੰਦੁਸਤਾਨ ਦੇ ਨੂੰ। ਬੜੀ ਖੂਬਸੂਰਤ ਉਹਦੀ ਵਰਡਿੰਗ ਸੀ। ਤੇ ਇਹ ਸਾਰਾ ਕੇਸ ਪੰਜਾਬ ਦਾ ਐਕਸਪਲੇਨ ਕੀਤਾ ਗਿਆ ਸੀ ਵੀ ਜਿਹੜਾ ਸਾਡਾ ਸੰਘਰਸ਼ ਉਹ ਕੀ ਹੈ, ਵੀ ਅਸੀਂ ਚਾਹੁੰਦੇ ਕੀ ਹੈ, ਸਾਡਾ ਮਕਸਦ ਕੀ ਹੈ। ਹਾਂ, ਸਾਡੇ ਸੰਘਰਸ਼ ਦਾ ਮਕਸਦ ਕੀ ਹੈ। ਤੇ ਉਹਦੇ 'ਚ ਜ਼ਿੰਮੇਵਾਰੀ ਲਈ ਉਸ ਲੈਟਰ ਨੂੰ ਅਖਬਾਰਾਂ 'ਚ ਪਾਉਣ ਦੀ ਬੱਬਰ ਖਾਲਸਾ ਨੇ, ਜਦੋਂ ਚਾਰੇ ਜਥੇਬੰਦੀਆਂ ਨੇ ਬੈਠ ਕੇ ਪਲਾਨ ਕੀਤਾ ਵੀ ਇਹ ਲੈਟਰ ਰਿਲੀਜ਼ ਕਰਨੀ ਹੈ, ਚੰਡੀਗੜ੍ਹ ਤੋਂ ਇੱਥੇ ਲਿਖੀ ਗਈ, ਉਹ ਤੋਂ ਸਾਈਨ ਹੋ ਕੇ ਆਈ, ਤੇ ਇਹ ਫਿਰ ਅਖਬਾਰਾਂ ਨੂੰ ਰਿਲੀਜ਼ ਕਰਨੀ ਸੀ। ਫੈਸਲਾ ਇਹ ਹੋਇਆ ਜਥੇਬੰਦੀਆਂ ਦਾ ਕਿ ਇਸ ਲੈਟਰ ਨੂੰ ਵਰਬੇਟਮ ਐਜ਼ ਇਟ ਇਜ਼ ਸਾਰੇ ਦੇ ਸਾਰੇ ਹੀ ਛੁਪਾਇਆ ਜਾਵੇ। ਹੁਣ ਗੱਲ ਬਹੁਤ ਵੱਡੀ, ਅਖਬਾਰ ਦੇ ਵਿੱਚ ਕਦੇ ਇਸ ਤਰ੍ਹਾਂ ਹੋਇਆ ਹੀ ਨਹੀਂ, ਲੈਟਰ ਬਹੁਤ ਲੰਬੀ ਸੀ। ਅਲਟੀਮੇਟਲੀ ਜ਼ਿੰਮੇਵਾਰੀ ਬਲਵਿੰਦਰ ਜਟਾਣਾ ਨੂੰ ਦਿੱਤੀ ਗਈ। ਪਹਿਲੇ ਦਿਨ ਤਾਂ ਉਹਨਾਂ ਨੇ ਨਾਰਮਲ ਲੈਟਰ ਰਿਲੀਜ਼ ਕਰਤੀ, ਤੇ ਨਾਲ ਉਹਦੇ ਥ੍ਰੈਟਨਿੰਗ ਲੈਟਰ ਸੀ। ਜਿਸ ਜਰਨਲਿਸਟ ਨੂੰ ਉਹ ਲੈਟਰ ਗਈ, ਜਿਸ ਐਡੀਟਰ ਨੂੰ ਗਈ, ਉਹਦਾ ਉਸ ਲੈਟਰ ਵਿੱਚ ਪੂਰਾ ਖਾਕਾ ਖਿੱਚਿਆ ਹੋਇਆ ਸੀ ਵੀ ਤੂੰ ਆਹ ਕੁਛ ਹੈ, ਅਤੇ ਸਾਡੀ ਹਦਾਇਤ ਹੈ ਤੈਨੂੰ ਕਿ ਤੁਸੀਂ ਇਹ ਲੈਟਰ ਪੂਰੀ ਟੈਕਸਟ ਛਾਪੋ, ਇੰਗਲਿਸ਼ ਵਾਲਿਆਂ ਨੂੰ ਵੀ, ਪੰਜਾਬੀ ਵਾਲਿਆਂ ਨੂੰ ਵੀ, ਹਿੰਦੀ ਵਾਲਿਆਂ ਨੂੰ ਵੀ। ਇੰਡੀਅਨ ਐਕਸਪ੍ਰੈਸ ਅਤੇ ਟ੍ਰਿਬਿਊਨ 2 ਅੰਗਰੇਜ਼ੀ ਦੇ ਅਖਬਾਰਾਂ ਚੰਡੀਗੜ੍ਹ ਤੋਂ ਛਾਪਦੀਆਂ ਸੀ ਬਸ। ਐਕਸਪ੍ਰੈਸ ਨੇ ਕਾਫੀ ਪਹਿਲੇ ਦਿਨ ਛਾਪਤੀ, ਟ੍ਰਿਬਿਊਨ ਨੇ ਕੁਝ ਹਿੱਸਾ ਛਾਪਿਆ। ਫਿਰ ਬਲਵਿੰਦਰ ਜਟਾਣਾ ਨੇ ਆਪਰੇਸ਼ਨ ਕੀਤਾ। ਉਹ ਟ੍ਰਿਬਿਊਨ ਦੇ ਜਨਰਲ ਮੈਨੇਜਰ ਪਾਵਰੀ ਦੇ ਘਰ ਕਰਨ ਟੱਪ ਕੇ ਚਲਾ ਗਿਆ, ਉੱਥੇ ਕੀਤਾ ਥ੍ਰੈਟ
ਬਈ ਕੱਲ੍ਹ ਨੂੰ ਪੂਰੀ ਲੈਟਰ ਛਪਣੀ ਚਾਹੀਦੀ ਹੈ। ਉੱਥੇ ਹੱਥਾਂ ਪੈਰਾਂ ਦੀ ਪੈ ਗਈ। ਉਹ ਲੈਟਰ ਅਗਲੇ ਦਿਨ ਪੂਰੀ ਵਰਬੇਟਮ ਟ੍ਰਿਬਿਊਨ ਛਪੀ। ਉਹਨੇ ਸਾਰੇ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰਤਾ। ਸਾਰੇ ਕੱਬ ਗਏ ਵੀ ਆ ਕੀ ਹੋ ਗਿਆ। ਪੰਜਾਬੀ ਟ੍ਰਿਬਿਊਨ 'ਚ ਪੂਰੀ ਛਪੀ, ਹੋਰ ਅਖਬਾਰਾਂ 'ਚ ਛਪੀ ਫਿਰ ਪੂਰੀ। ਇੱਕ ਮੈਂ ਅੰਸ਼ ਜਾਣਨਾ ਚਾਹੁੰਦਾ ਕਿ ਐਸਾ ਲੈਟਰ ਵਿੱਚ ਕੀ ਸੀ ਕਿ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਅਖਬਾਰ 'ਚ ਪੂਰੀ ਲੈਟਰ ਛਪਣ ਦੇ ਨਾਲ? ਨਹੀਂ, ਅਖਬਾਰ ਉਹਦੇ ਕੰਟੈਂਟ ਦੀ ਗੱਲ ਨਹੀਂ ਹੈ ਬਈ ਜਿਹੜੀ ਇਹ ਲੋਕ ਇੰਨੇ ਤਕੜੇ ਕਿਵੇਂ ਹੋ ਗਏ, ਜਿਹੜੇ ਮਿਲੀਟੈਂਟ ਹੈਗੇ ਹੈ ਉਹਨਾਂ ਦੀ ਪਾਵਰ ਇੰਨੀ ਕਿਵੇਂ ਆ ਗਈ ਕਿ ਉਹ ਡਿਕਟੇਟ ਕਰ ਰਹੇ ਹੈ ਅਖਬਾਰ ਨੂੰ ਕਿ ਸਾਡੀ ਛਾਪ ਪੂਰੀ। ਡਰ ਦਾ ਮਾਹੌਲ ਇੱਥੇ ਹੋ ਗਿਆ ਵੀ ਹੁਣ ਕੋਈ ਸੇਫ ਨਹੀਂ ਹੈ। ਜੇ ਟ੍ਰਿਬਿਊਨ ਵਾਲੇ ਕਰੰਬਲ ਕਰ ਗਏ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਏਗਾ। ਇਹ ਡਰ ਦਾ ਮਾਹੌਲ ਇਸ ਕਰਕੇ ਬਣਿਆ, ਉੱਥੋਂ ਡਰ ਦਾ ਮਾਹੌਲ ਬਣਨਾ ਸ਼ੁਰੂ ਹੁੰਦਾ ਹੈ। ਸੋ ਬਲਵਿੰਦਰ ਜਟਾਣਾ ਦਾ ਇੱਕ ਮੇਜਰ ਐਕਸ਼ਨ ਸੀ। ਉਹ ਇੱਕ ਐਕਸ਼ਨ ਸੀਗਾ ਇਹ SYL ਦਾ। ਹੁਣ ਇਹਨਾਂ ਦਾ ਹੀ ਟੱਬਰ ਸੀਗਾ ਜਿਹਨੂੰ ਅਜੀਤ ਸਿੰਘ ਪੂਲਾ ਜਿਹੜਾ ਨਿਹੰਗ ਸੀਗਾ ਉਹਨੇ ਸਾਰੇ ਟੱਬਰ ਨੂੰ ਮਰਵਾਇਆ ਸੀ। ਜਿਸ ਦਿਨ ਸਮੇਤ ਸਿੰਘ ਸੈਣੀ ਤੇ ਚੰਡੀਗੜ੍ਹ ਦੇ ਵਿੱਚ ਅਟੈਕ ਹੋਇਆ ਸੀ ਸੈਕਟਰ 17 ਦੇ ਵਿੱਚ, ਸੈਣੀ ਨੂੰ ਲੱਗਿਆ ਕਿ ਇਹ ਅਟੈਕ ਬਲਵਿੰਦਰ ਜਟਾਣਾ ਨੇ ਕਰਾਇਆ। ਤੇ ਉਸ ਹੀ ਰਾਤ ਇਹ ਜਿਹੜਾ ਨਿਹੰਗ ਪੂਲਾ ਸੀਗਾ ਇਹ ਸਮੇਤ ਸਿੰਘ ਸੈਣੀ ਦਾ ਬੰਦਾ ਸੀਗਾ। ਇਹ ਸਾਰੇ ਐਕਸ਼ਨ ਜਿਹੜੇ ਸੀਗੇ ਐਂਟੀ ਮਿਲੀਟੈਂਟਸ ਦੇ ਖਿਲਾਫ ਇਹਨਾਂ ਤੋਂ ਕਰਾਉਂਦਾ ਸੀ। ਇਹ ਪੂਲਾ ਗਿਆ ਉਹਨਾਂ ਦੇ ਘਰ ਪਿੰਡ ਆਪਦੇ ਬੰਦੇ ਲੈ ਕੇ, ਤੇ ਸਾਰਾ ਜਿਹੜੇ ਟੱਬਰ ਦੇ 4 ਕੇ 5 ਹੀ ਸੀ ਘਰ ਦੇ ਵਿੱਚ, ਬਜ਼ੁਰਗ ਵੀ ਸੀ ਬੱਚੇ ਵੀ ਸੀ, ਉਹ ਫੂਕਤੇ। ਇਹ ਅਖਬਾਰ ਵਿੱਚ ਲੈਟਰ ਛਪਣ ਤੋਂ ਕਿੰਨੇ ਦੇਰ ਬਾਅਦ ਦੀ ਗੱਲ ਹੈ? ਇਹ ਵੱਖਰੇ ਗੱਲ ਹੈ। ਇਹਦਾ ਲੈਟਰ ਛਪਣ ਨਾਲ ਕੋਈ ਤਾਲੁਕ ਨਹੀਂ। ਇਹ ਮੈਂ ਸਮੇਤ ਸਿੰਘ ਸੈਣੀ ਤੇ ਅਟੈਕ ਦੀ ਗੱਲ ਕਰ ਰਿਹਾ। ਵੱਖਰੀਆਂ ਘਟਨਾਵਾਂ ਦਾ ਜ਼ਿਕਰ ਕਰ SSP ਚੰਡੀਗੜ੍ਹ ਸੀ ਉਦੋਂ ਸਮੇਤ ਸਿੰਘ ਸੈਣੀ, ਉਹ ਤੇ ਅਟੈਕ ਹੋਇਆ ਸੀ। ਉਹਦੇ 'ਚ ਇਹਨੂੰ ਸ਼ੱਕ ਪਿਆ ਸੀ ਕਿ ਇਹ ਬਲਵਿੰਦਰ ਜਟਾਣਾ ਨੇ ਕੀਤਾ ਹੈ। ਮੈਂ ਜਟਾਣਾ ਦੇ ਬੈਕਗਰਾਊਂਡ ਤੁਹਾਨੂੰ ਸਮਝਾ ਰਿਹਾ ਸਾਰੀ। ਸੋ ਜਟਾਣਾ ਇਹ ਹੈ, ਇਹਦਾ ਸਾਰਾ ਟੱਬਰ ਸੈਣੀ ਨੇ ਮਰਵਾਤਾ ਸੀ। ਔਰ ਸੈਣੀ ਉਹ ਬੰਦਾ ਹੈ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ DGP ਲਾਇਆ ਸੀ। ਮੈਂ ਇੱਥੇ ਫਿਰ ਗੱਲ ਮੁਕਾਉਣਾ ਇਸ ਪਰਿਵਾਰ ਤੇ ਆ ਕੇ। ਹਾਂਜੀ, ਸੋ ਜਟਾਣਾ ਦੀ ਬੈਕਗਰਾਊਂਡ ਇਹ ਹੈ। SYL ਤੋਂ ਉਸ ਤੋਂ ਬਾਅਦ ਕਦੇ ਮੁੜ ਕੇ ਕੰਮ ਨਹੀਂ ਹੋਇਆ। SYL ਤੇ ਇੱਕ ਤਾਂ ਐਕਸ਼ਨ ਇਹ ਸੀ ਵੱਡਾ, ਦੂਸਰਾ ਇੱਥੇ ਮਜਾਤ ਪਿੰਡ ਹੈ ਨੇੜੇ ਹੀ। ਉੱਥੇ ਜਿਹੜੇ ਵਰਕਰ ਸੀਗੇ ਸਾਰੇ ਮਾਈਗ੍ਰੈਂਟ ਵਰਕਰ ਸੀ ਬੇਸਿਕਲੀ, ਉਹ ਰਾਤ ਨੂੰ ਮਾਰਦੇ ਸੀ। 20-25 ਬੰਦੇ ਮਾਰੇ ਸੀ ਰਾਤ ਨੂੰ, ਉਹ ਬਾਬਰ ਖਾਲਸਾ ਨੇ ਹੀ ਮਾਰੇ ਸੀ। ਉਸ ਤੋਂ ਬਾਅਦ ਜਦੋਂ ਇਹ ਐਕਸ਼ਨ ਹੋ ਗਿਆ ਚੀਫ ਇੰਜੀਨੀਅਰ ਤੇ ਸਬਆਰਡੀਨੇਟ ਇੰਜੀਨੀਅਰ ਸੈਕਟਰ 26 ਦੇ ਵਿੱਚ, ਉਸ ਤੋਂ ਬਾਅਦ ਤਾਂ ਨਹਿਰ ਕਦੇ ਅੱਗੇ ਬਣੀ ਨਹੀਂ, ਇੱਕ ਇੱਟ ਵੀ ਨਹੀਂ ਲੱਗੀ। ਉਸ ਤੋਂ ਬਾਅਦ ਤਾਂ ਜੇ ਨਹਿਰ ਰੁਕੀ ਹੈ ਨਾ, ਜੇ ਕਿਸੇ ਨੇ ਰੋਕੀ ਹੈ ਉਹ ਬਲਵਿੰਦਰ ਜਟਾਣਾ ਨੇ ਰੋਕੀ ਹੈ। ਜਿਹੜੇ ਪੋਲੀਟੀਸ਼ੀਅਨ ਕਲੇਮ ਕਰਦੇ ਹੈ ਸੇ ਕੈਪਟਨ ਅਮਰਿੰਦਰ ਸਿੰਘ, ਠੀਕ ਹੈ ਉਹਨਾਂ ਦਾ ਰੋਲ ਬਹੁਤ ਵੱਡਾ ਹੈ। ਉਹਨਾਂ ਨੇ ਜਿੰਨੇ ਪਿਛਲੇ ਅਵਾਰਡ ਸੀ ਉਹ ਸਾਰੇ ਇੱਕ ਵਾਰੀ ਰਿਜੈਕਟ ਕਰਤੇ ਅਸੈਂਬਲੀ ਦੇ ਵਿੱਚ। ਇਹ ਹਿੰਮਤ ਉਹੀ ਹੀ ਕਰ ਸਕਦੇ ਸੀਗੇ, ਲੇਕਿਨ ਸੁਪਰੀਮ ਕੋਰਟ ਦੇ ਵਿੱਚ ਉਹ ਸਾਰਾ ਕੰਮ ਉੱਡ ਗਿਆ। ਸੋ ਮੇਰੀ ਬੇਸਿਕ ਇੰਨੀ ਕੰਡੀਸ਼ਨ ਹੈ ਕਿ ਜਿਹੜੀ ਨਹਿਰ ਰੁਕੀ ਹੈ ਨਾ ਉਹ ਬਲਵਿੰਦਰ ਜਟਾਣਾ ਕਰਕੇ ਰੁਕੀ ਹੈ। ਇਸ ਕਰਕੇ ਮੂਸੇਵਾਲਾ ਦੇ ਗੀਤ ਦੇ ਵਿੱਚ ਜੋ SYL ਦੀ ਗੱਲ ਹੁੰਦੀ ਹੈ ਉਹ ਜਟਾਣਾ ਦਾ ਨਾਂ ਆਏਗਾ ਹੀ ਆਏਗਾ। ਜਿਹੜੀਆਂ ਤੁਸੀਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਇਤਿਹਾਸਕ ਪਿਛੋਕੜ ਦੱਸਿਆ ਕਿ ਕਿਸ ਤਰ੍ਹਾਂ ਬਲਵਿੰਦਰ ਜਟਾਣਾ ਦੇ ਨਾਲ ਜੁੜੀਆਂ ਕੁਝ ਘਟਨਾਵਾਂ ਨੇ, ਚਾਹੇ ਉਹ ਲੈਟਰ ਛਾਪਣ ਦੀ ਗੱਲ ਹੋਵੇ ਜਾਂ ਹੋਰ ਜਿੰਨੀਆਂ ਘਟਨਾਵਾਂ ਦਾ ਤੁਸੀਂ ਜ਼ਿਕਰ ਕੀਤਾ, ਕੀ ਗੱਲ ਮੁੱਕਦੀ ਹੈ ਪਾਣੀ ਦਾ? ਜਦੋਂ ਪੰਜਾਬ ਦੀ ਗੱਲ ਤੁਰਦੀ ਹੈ ਕਿ ਪਾਣੀ ਅਸੀਂ ਨਹੀਂ ਦੇਵਾਂਗੇ, ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਕੋਲ ਖੁਦ ਕੋਲ ਜਿਹੜਾ ਪਾਣੀ ਹੈ ਉਸ ਨੂੰ ਬਚਾਉਣ ਦੇ ਲਈ ਕਿਸੇ ਵੀ ਸਿਆਸੀ ਧਿਰ ਨੇ ਪਹਿਲ ਕਦਮੀ ਕੀਤੀ ਹੋਵੇ ਕਿ ਅਸੀਂ ਪਾਣੀ ਬਚਾ ਕੇ ਇੰਨੇ ਕੁ ਜੋਗੇ ਹੋ ਸਕਦੇ ਹਾਂ ਕਿ ਪਾਣੀ ਤੋਂ ਇਨਕਮ ਵੀ ਲੈ ਸਕਦੇ ਹਾਂ ਪੰਜਾਬ ਲਈ? ਇਹ ਮੈਂ ਇੱਕ ਤਾਂ ਪਿਛਲੀ ਗੱਲ ਕਰੂੰਗਾ ਤੇ ਇੱਕ ਮਾਡਰਨ ਕਨਸੈਪਟ ਜਿਹੜੀ ਪਾਣੀਆਂ ਦੇ ਮਾਮਲੇ 'ਤੇ ਹੈ ਉਹ ਹੈ ਕਿ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਪੰਜਾਬ ਦੀਆਂ ਜਿੰਨਾ ਪਾਣੀ ਪੰਜਾਬ ਕੋਲ ਅਵੇਲੇਬਲ ਹੈ ਨਾ, ਅਸੀਂ ਮੇਰੇ ਖਿਆਲ 'ਚ ਉਹ ਵੀ ਪੂਰਾ ਯੂਟੀਲਾਈਜ਼ ਨਹੀਂ ਕਰ ਰਹੇ। ਲੋਕਾਂ ਨੇ ਕਸੀਆਂ ਵਾਲੀਆਂ ਖਾਲੇ ਵਾਲੇ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਪਾਣੀਆਂ ਦੀ, ਦਰਿਆਈ ਪਾਣੀਆਂ ਦੀ। ਪਿੰਡਾਂ ਦੇ ਵਿੱਚ ਲੋਕਾਂ ਨੇ ਕਬਜ਼ੇ ਕਰ ਲਏ ਜ਼ਮੀਨਾਂ 'ਤੇ। ਕੁਝ ਸਾਲ ਪਹਿਲਾਂ ਮੈਂ ਇੱਕ ਵਾਰੀ ਖਬਰ ਪੜ੍ਹੀ ਆ ਬਿਸ ਦੁਆਬ ਦਾ ਕੋਈ ਅੱਗੇ ਸੀਗਾ ਸੂਆ ਨਵਾਂ ਸ਼ਹਿਰ ਦੇ ਕੋਲੇ, ਉੱਥੇ ਕਬਜ਼ਾ ਕਰਕੇ ਉੱਥੇ ਕਲੋਨੀ ਬਣ ਗਈ। ਇੱਕ ਪਾਸੇ ਤੇ ਪਾਣੀਆਂ ਦੀ ਗੱਲ ਕਰਦੇ ਹਾਂ ਮੁੜ ਕੇ, ਤੇ ਤੁਹਾਡੇ ਖਾਲੇ ਕਸੀਆਂ ਇਹ ਤਾਂ ਲੋਕਾਂ ਨੇ ਵਾਹ ਲਏ। ਜਦੋਂ ਬਾਦਲ ਸਾਹਿਬ ਨੇ ਬਿਜਲੀ ਫ੍ਰੀ ਕੀਤੀ ਟਿਊਬਵੈੱਲ ਵਾਸਤੇ,
ਤੇ ਲੋਕਾਂ ਨੇ ਇਹ ਸਮਝਿਆ ਹੀ ਨਹੀਂ ਕਿ ਇਸ ਨਹਿਰੀ ਪਾਣੀ ਦੀ ਲੋੜ ਹੈ। ਹੁਣ ਮਸਲਾ ਉੱਠਿਆ ਅੱਜ ਆ ਕੇ ਨਹਿਰੀ ਪਾਣੀ ਦਾ, ਜਦੋਂ ਬਿਜਲੀ ਦੀ ਕਿੱਲਤ ਹੈ, ਪਾਣੀ ਦੀ ਕਿੱਲਤ ਹੈ। ਹਾਂ, ਉਸ ਤੋਂ ਬਾਅਦ ਕਦੇ ਨਹਿਰਾਂ ਦੀ ਮੁਰੰਮਤ ਨਹੀਂ ਹੋਈ, ਕਦੇ ਪੂਰਾ ਪਾਣੀ ਛੱਡਿਆ ਨਹੀਂ ਗਿਆ। ਉਹ ਪਾਣੀ ਕਿੱਥੇ ਜਾ ਰਿਹਾ? ਜੇ ਕੱਲ੍ਹ ਨੂੰ ਸੁਪਰੀਮ ਕੋਰਟ ਇਹਨਾਂ ਤੋਂ ਡਾਟਾ ਮੰਗ ਲਏ ਵੀ ਤੁਸੀਂ ਆਪਣਾ ਡਾਟਾ ਦਿਓ, ਤੁਸੀਂ ਪਾਣੀ ਯੂਟਿਲਾਈਜ਼ ਕਰਨਾ ਕਰ ਰਹੇ ਨਹਿਰਾਂ ਦੇ ਵਿੱਚ, ਇਹ ਤਾਂ ਕੇਸ ਪੁੱਠਾ ਪੈ ਜਾਣਾ ਇਹਨਾਂ ਦਾ। ਜਿਹੜੀ ਸਾਡੀ ਸਿਆਸੀ ਜਮਾਤ ਹੈ ਨਾ, ਇਹ ਪੰਜਾਬ ਨਾਲ ਕਮਿਟਡ ਨਹੀਂ ਹੈ। ਇਹ ਗੜਬੜ ਉੱਥੇ ਹੈ ਸਾਰੀ। ਇੱਛਾ ਸ਼ਕਤੀ ਨਹੀਂ ਹੈ ਤਾਂ ਮਸਲਾ ਹੱਲ ਨਹੀਂ ਹੋ ਰਿਹਾ। ਨਹੀਂ, ਇੱਛਾ ਸ਼ਕਤੀ, ਕਮਿਟਮੈਂਟ ਨਹੀਂ ਹੈ। ਜਿੰਨਾ ਚਿਰ ਕਮਿਟਮੈਂਟ ਨਹੀਂ ਹੈ ਉਨੀ ਦੇਰ ਇਹ ਗੱਲਾਂ ਨਹੀਂ ਹੋਇਆ ਕਰਦੀਆਂ। ਨਾਅਰੇਬਾਜ਼ੀ ਨਹੀਂ, ਸਿਆਸੀ ਲੋਕ ਨਾਅਰੇਬਾਜ਼ੀ ਕਰਦੇ ਹੈ। ਪਰ ਇੱਕ ਚੰਗਾ ਸੰਕੇਤ ਉਦੋਂ ਮਿਲਿਆ ਸੀ SYL ਦਾ ਮੁੱਦਾ ਜਦੋਂ ਛੇੜਿਆ ਗਿਆ ਕਿਸਾਨੀ ਅੰਦੋਲਨ ਦੇ ਦੌਰਾਨ, ਜਦੋਂ ਨਾਅਰੇ ਲੱਗੇ ਕਿ ਹਰਿਆਣਾ ਪੰਜਾਬ ਭਾਈ ਭਾਈ ਨੇ, ਤਾਂ ਉਦੋਂ ਇਹ ਮਸਲਾ ਕਿਤੇ ਨਾ ਕਿਤੇ ਠੰਡਾ ਪੈ ਗਿਆ ਕਿ ਪਾਣੀ ਦਾ ਫਿਰ ਦੇਖਾਂਗੇ, ਪਹਿਲਾਂ ਖੇਤੀ ਕਾਨੂੰਨ ਅਸੀਂ ਰੱਦ ਮੈਂ ਕਰਾਂਗੇ। ਹੁਣ ਦੂਜਾ ਪਾਰਟ ਤੁਹਾਨੂੰ ਨਾਲ ਸ਼ੇਅਰ ਕਰਦਾ। ਇੱਕ ਬੇਸਿਕ ਕੰਟੈਂਸ਼ਨ ਹੁੰਦੀ ਹੈ ਪਾਣੀ ਇਹਦੇ ਬਾਰੇ ਕਿ ਪਾਣੀ ਸਭ ਤੋਂ ਜ਼ਿਆਦਾ ਉੱਥੇ ਯੂਜ਼ ਕਰਨਾ ਚਾਹੀਦਾ ਜਿੱਥੇ ਉਹਦੀ ਜਿਹੜੀ ਰਿਟਰਨ ਹੈ ਉਹ ਮੈਕਸਿਮਮ ਹੋਵੇ। ਜੇ ਇੱਥੋਂ ਪਾਣੀ ਲਿਜਾ ਕੇ 200 ਕਿਲੋਮੀਟਰ ਦੂਰ ਉਹਦੇ ਨਾਲ ਤੁਸੀਂ ਵੀਟ ਤੇ ਪੈੜੀ ਹੀ ਉਗਾਉਣੀ ਹੈ, ਉਹਦੀ ਕਾਸਟ ਕਿੰਨੀ ਹੋਏਗੀ ਐਜ਼ ਕੰਪੇਅਰ ਟੂ ਪੰਜਾਬ? ਜਿਹੜੀ ਪੰਜਾਬ ਦੇ ਵਿੱਚ ਉਸ ਪਾਣੀ ਨਾਲ ਤੁਸੀਂ ਜੀਰੀ ਤੇ ਕਣਕ ਬੀਜਦੇ ਹੈ, ਉਹਦੀ ਕਾਸਟ ਜਿਹੜੀ ਹਰਿਆਣੇ ਦੇ ਦੂਜੇ ਸਿਰੇ ਤੇ ਉਸੇ ਪਾਣੀ ਲਿਜਾ ਕੇ ਇੱਥੋਂ ਬੀਜੋਗੇ, ਉਹਦੀ ਕਾਸਟ ਦਾ ਤੇ ਇਹਦਾ ਕਿੰਨਾ ਫਰਕ ਹੋਏਗਾ? ਅੱਜ ਤੱਕ ਕਿਸੇ ਨੇ ਜਿਹੜੀ ਕਾਸਟ ਬੈਨੀਫਿਟ ਐਨਾਲਿਸਿਸ ਹੈ ਇਹਨਾਂ ਨਹਿਰਾਂ ਦੀ ਨਹੀਂ ਕੀਤੀ। ਇਹਦੇ ਵਿੱਚ ਰਾਜਸਥਾਨ ਕੈਨਾਲ ਵੀ ਸ਼ਾਮਲ ਹੈ। ਰਾਜਸਥਾਨ ਕੈਨਾਲ ਦੇ ਵਿੱਚ ਜਿਹੜੀ ਵੇਸਟੇਜ ਹੈ ਪਾਣੀ ਦੀ, ਉਹ ਆਲਮੋਸਟ 40% ਹੈ। ਇਹ ਕ੍ਰਿਮੀਨਲ ਵੇਸਟੇਜ ਹੈ। ਹੁਣ ਅਗਲੀ ਗੱਲ ਮੈਂ ਕਹਿਣਾ, ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜਾ ਵਾਟਰ ਹਾਰਵੈਸਟਿੰਗ ਸਿਸਟਮ ਹੈ, ਉਹਦੇ ਨਾਲ ਪਾਣੀ ਹਰਿਆਣਾ ਇਸ ਤੋਂ ਜ਼ਿਆਦਾ ਲੈ ਸਕਦਾ ਜਿੰਨਾ ਉਹਨਾਂ ਦਾ ਉਹ ਸ਼ੇਅਰ ਕਲੇਮ ਕਰਦੇ ਹੈ। ਪਾਣੀ 3.5 ਇਹਨਾਂ ਨੂੰ ਮਿਲਿਆ ਸੀਗਾ, ਉਹਦੇ ਵਿੱਚੋਂ ਹੁਣ ਜਿਹੜਾ ਬਾਕੀ ਸ਼ੇਅਰ ਰਹਿ ਗਿਆ ਭਾਖੜਾ ਕਨਾਲ ਦੇ ਵਿੱਚੋਂ ਜਾ ਰਿਹਾ ਪਾਣੀ ਇਹਨਾਂ ਨੂੰ, ਉਹਦੇ ਵਿੱਚੋਂ ਵੀ ਹੁਣ ਜਿਹੜਾ ਕਲੇਮ ਬਾਕੀ ਰਹਿ ਗਿਆ 1.88 ਦੇ ਕਰੀਬ ਹੈ। ਕਿ 1.88 ਦੇ ਪਿੱਛੇ ਦੋਵੇਂ ਸਰਕਾਰਾਂ ਇਸ ਤਰ੍ਹਾਂ ਲੜਾਈ ਕਰਨਗੀਆਂ? ਇਸ ਤੋਂ ਜ਼ਿਆਦਾ ਪਾਣੀ ਹਰਿਆਣਾ ਥਰੂ ਵਾਟਰ ਹਾਰਵੈਸਟਿੰਗ ਇਕੱਠਾ ਕਰ ਸਕਦਾ ਹੈ। ਹੁਣ ਤਾਂ ਟੈਕਨੋਲੋਜੀ ਆ ਗਈ। ਸੋ ਹੁਣ ਇਸ ਗੱਲ 'ਤੇ ਲੜਾਈ ਨਹੀਂ ਹੋਣੀ ਚਾਹੀਦੀ। ਇਹ ਸੈਂਟਰ ਨੂੰ ਵਿੱਚ ਪੈ ਕੇ ਨਵੇਂ ਇੰਟਰੋਡਿਊਸ ਕਰਤਾ ਸੈਂਟਰ ਨੇ ਵਾਟਰ ਹਾਰਵੈਸਟਿੰਗ ਸਿਸਟਮ, ਲੇਕਿਨ ਇਹਨੂੰ ਪੋਲੀਟਿਕਸ 'ਚੋਂ ਬਾਹਰ ਕੱਢ ਕੇ ਇਹਨੂੰ ਟੈਕਨੀਕਲ ਗਰਾਊਂਡ 'ਤੇ ਡੀਲ ਕਰਨਾ ਚਾਹੀਦਾ। ਪਰ ਇੱਕ ਮੇਰਾ ਆਖਰੀ ਸਵਾਲ ਹੈ ਕਿ ਤੁਸੀਂ ਕਿਹਾ ਕਿ ਸੈਂਟਰ ਨੂੰ ਵਿੱਚ ਪੈ ਕੇ ਮਸਲਾ ਹੱਲ ਕਰਾਉਣਾ ਚਾਹੀਦਾ, ਜਿਵੇਂ ਵੀ ਹੁੰਦਾ ਸਹਿਮਤੀ ਬਣਾਉਣੀ ਚਾਹੀਦੀ ਹੈ, ਪਰ ਬਹੁਤ ਸਾਰੀਆਂ ਆਵਾਜ਼ਾਂ ਤਾਂ ਪੰਜਾਬ 'ਚੋਂ ਸੈਂਟਰ ਦੇ ਵਿਰੁੱਧ ਇਸ ਕਰਕੇ ਉੱਠ ਰਹੀਆਂ, ਚਾਹੇ PU ਦਾ ਮਸਲਾ ਹੋਵੇ, ਉਹਦੇ ਕੇਂਦਰੀਕਰਨ ਖਿਲਾਫ ਵਿਦਿਆਰਥੀ ਸੜਕਾਂ 'ਤੇ ਨੇ, ਚੰਡੀਗੜ੍ਹ ਨੂੰ ਲੈਣ ਦੇ ਲਈ ਜੱਦੋਜਹਿਦ ਵੀ ਚੱਲ ਰਹੀ ਹੈ, ਪਾਣੀ ਦਾ ਮਸਲਾ ਤਾਂ ਨਾਲੋਂ ਨਾਲ ਆਪਾਂ ਚਰਚਾ ਵਿੱਚ ਕੀਤਾ। ਫਿਰ ਸੈਂਟਰ ਇਸ ਮਸਲੇ ਦਾ ਹੱਲ ਸੰਭਾਵਨਾਵਾਂ ਬਣਦੀ ਹੈ ਕਿ ਕਰ ਸਕਦੀ ਹੈ? ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਜੇ ਕਿਸੇ ਸੁਹਿਰਦਤਾ ਦੇ ਨਾਲ ਇਹ ਇਸ਼ੂ ਟੇਕ ਅਪ ਕਰਦੀਆਂ, ਹੁਣ ਤੱਕ ਸਾਰੇ ਮਸਲੇ ਹੱਲ ਹੋਣੇ ਸੀਗੇ। ਜਦੋਂ ਪਾਰਟੀ ਜਿਹੜੀ ਪਾਵਰ 'ਚ ਹੁੰਦੀ ਹੈ, ਜਿਨ੍ਹਾਂ ਨੇ ਲੜਾਈ ਲੜੀ ਅਕਾਲੀ ਦਲ ਮਸਲਨ, ਜਦੋਂ ਇਹ 3 ਟਰਮਾਂ ਦਾ ਬਾਦਲ ਸਾਹਿਬ ਪੂਰੀਆਂ ਰਹਿ ਗਏ, ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਕੀ ਕੀਤਾ ਪੰਜਾਬ ਦੇ ਮਸਲਿਆਂ ਵਾਸਤੇ। ਸਰਕਾਰ ਦਾ, ਕੇਂਦਰ ਸਰਕਾਰ ਦਾ ਪਾਰਟ ਵੀ ਸੀ, ਮੋਦੀ ਸਰਕਾਰ ਦਾ ਪਾਰਟ ਸੀ, ਪਹਿਲਾਂ ਵਾਜਪਾਈ ਸਰਕਾਰ ਦਾ ਪਾਰਟ ਸੀ। ਇਹਨਾਂ ਨੇ ਪੰਜਾਬ ਦੇ ਮਸਲੇ ਹੱਲ ਕਰਾਉਣ ਵਾਸਤੇ ਕੀ ਕੀਤਾ? ਇਹ ਨਾਅਰੇਬਾਜ਼ੀ ਤੋਂ ਬਿਨਾਂ, ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਿਨਾਂ ਤੇ ਮਰਵਾਉਣ ਤੋਂ ਬਿਨਾਂ ਇਹਨਾਂ ਲੋਕਾਂ ਨੇ ਕੁਝ ਨਹੀਂ ਕੀਤਾ। ਪੰਜਾਬ ਇੱਥੇ ਫਸਿਆ ਹੋਇਆ। ਪੰਜਾਬ ਨੂੰ ਅੱਜ ਵੀ ਲੋੜ ਹੈ ਇੱਕ ਵਧੀਆ ਲੀਡਰ ਦੀ, ਜਿਹੜਾ ਪੰਜਾਬ ਦੇ ਮਸਲਿਆਂ ਨੂੰ ਸਮਝਦਾ ਹੋਵੇ ਤੇ ਸੁਹਿਰਦਤਾ ਦੇ ਨਾਲ ਉਹਨਾਂ ਨੂੰ ਹੱਲ ਕਰਾਉਣ ਦਾ ਦਮ ਭਰਦਾ ਹੋਵੇ। ਤੁਸੀਂ ਸਾਡੇ ਨਾਲ ਇਹਨਾਂ ਗੰਭੀਰ ਮਸਲਿਆਂ ਦੇ ਉੱਤੇ ਚਰਚਾ ਕੀਤੀ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਚਰਚਾ ਇਸ ਕਰਕੇ ਜ਼ਰੂਰੀ ਸਮਝੀ ਕਿਉਂਕਿ ਇਹਨਾਂ ਨੇ ਆਪਣੇ ਅੱਖੀਂ ਵੀ ਔਰ ਆਪਣੀ ਜ਼ੁਬਾਨੀ ਬਹੁਤ ਸਾਰੀਆਂ ਚੀਜ਼ਾਂ ਬਿਆਨ ਕਰਨ ਦਾ ਜਿਹੜਾ ਕਿ ਜੇਰਾ ਵੀ ਰੱਖਦੇ ਨੇ, ਔਰ ਇਤਿਹਾਸਕ ਕਹਾਣੀਆਂ ਜਿਵੇਂ ਜਿਵੇਂ ਵਾਪਰੀਆਂ ਉਹ ਗਵਾਹ ਵੀ ਰਹੇ ਨੇ। ਤਾਂ ਇਸ ਕਰਕੇ ਸਾਨੂੰ ਉਮੀਦ ਹੈ ਕਿ ਜੋ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਉਹ ਸਾਡੇ ਵੀ ਕੰਮ ਆਵੇਗੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।